ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ,
ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਮੇਰਠ ਇਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਇਕੱਤਰਿਤ ਹੋਇਆ ਔਰ ਹੋ ਰਿਹਾ, ਜਿੱਥੇ ਬੇਅੰਤ ਪਰਿਵਾਰਕ ਮੈਂਬਰ ਇਸ ਵੇਲੇ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਜੁੜ ਰਹੇ ਨੇ। ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ ਔਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ 3 ਚੈਨਲਾਂ ਦੇ ਮਾਧਿਅਮ ਰਾਹੀਂ ਬੇਅੰਤ ਪਰਿਵਾਰਕ ਮੈਂਬਰ ਦੇਸ਼ਾਂ ਵਿਦੇਸ਼ਾਂ, ਪ੍ਰਦੇਸਾਂ 'ਚ, ਨਗਰਾਂ 'ਚ, ਪਿੰਡਾਂ 'ਚ, ਸ਼ਹਿਰਾਂ 'ਚ ਜੁੜੇ ਨੇ। ਸਭ ਤੋਂ ਪਹਿਲਾਂ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ। ਰੋਜ਼ਾਨਾ ਦੀ ਤਰ੍ਹਾਂ ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ। ਚਰਨਾਂ ਵਿੱਚ ਕੌਣ ਬੈਠਾ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਸਾਰੀ ਸੰਗਤ ਆਓ 8-10 ਮਿੰਟ ਪਹਿਲੇ ਵਾਹਿਗੁਰੂ ਗੁਰਮੰਤਰ ਦਾ ਜਾਪ ਸਾਰੇ ਰਲ ਕੇ ਕਰੀਏ। ਉਸ ਤੋਂ ਬਾਅਦ ਜਿਵੇਂ ਵੀ ਬਾਪੂ ਜੀ ਕਿਰਪਾ ਕਰਨਗੇ ਆਪ ਜੀਆਂ ਦੇ ਦਰਸ਼ਨ ਕਰਾਂਗੇ। ਸਾਰੀ ਸੰਗਤ ਪਿਆਰ 'ਚ ਹਾਜ਼ਰੀ ਲਾਇਓ, ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ जुगाद सच है पी सच नानक होसी पी सच एक ओंकार सतनाम करता पुरख निर्भव निर्वैर अकाल मूरत
ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਾਰੇ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ। ਸਾਰੇ ਨਹੀਂ ਬੋਲ ਰਹੇ। ਵਾਹਿਗੁਰੂ 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 ਸਭ ਦੀ ਆਵਾਜ਼ ਆਵੇ ਪਿਆਰਿਓ। ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਆਵਾਜ਼ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਵਾਹਿਗੁਰੂ। ਅਜੇ ਵੀ ਕਈ ਨਹੀਂ ਬੋਲ ਰਹੇ। ਵਾਹਿਗੁਰੂ 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 ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੈਂ ਤੁਹਾਡੀ ਆਵਾਜ਼ ਸੁਣਨੀ ਚਾਹੁੰਦਾ। ਵਾਹਿਗੁਰੂ 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 ਵਾਹਿਗੁਰੂ। ਤੁਹਾਡੀ ਆਵਾਜ਼ ਆਵੇ ਜੀ। ਵਾਹਿਗੁਰੂ 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 ਹੋਰ ਉੱਚੀ। ਵਾਹਿਗੁਰੂ 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 ਹੋਰ ਉੱਚੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਜੇ ਵੀ ਕਈ ਢਿੱਲੇ ਹੋ। ਵਾਹਿਗੁਰੂ ਵਾਹਿਗੁਰੂ ਵਾਹ ਵਾਹ। ਵਾਹਿਗੁਰੂ 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 ਜਪੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਦੀਪ ਸਿੰਘ। ਸਿੰਘ ਜੀ। ਜਿਹੜੀਆਂ ਰੋਜ਼ ਅਸੀਂ 2-3 ਬੇਨਤੀਆਂ ਕਰਦੇ ਆਂ, ਉਹ ਕਰਕੇ ਫਿਰ ਰੂਟੀਨ ਮੁਤਾਬਕ ਆਪਾਂ ਸ਼ਬਦ ਪੜ੍ਹਨਾ ਹੈ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੰਸਾਰ ਦੇ ਵਿੱਚ ਦੇਖਣ ਲਈ ਬੜੇ ਖੂਬਸੂਰਤ ਅਸਥਾਨ ਨੇ, ਬੜੀਆਂ ਵਧੀਆ ਥਾਵਾਂ ਬਣੀਆਂ ਨੇ, ਚੰਗੀਆਂ ਥਾਵਾਂ ਬਣੀਆਂ ਨੇ, ਖੂਬਸੂਰਤ ਸਥਾਨ ਬਣੇ ਹੋਏ ਨੇ, ਖੂਬਸੂਰਤ। ਪਰ ਸਭ ਤੋਂ ਖੂਬਸੂਰਤ ਜਗ੍ਹਾ ਪਤਾ ਕਿਹੜੀ ਹੈ? ਆਪਣੀਆਂ ਅੱਖਾਂ ਬੰਦ ਕਰਕੇ, ਬੰਦ ਅੱਖਾਂ ਦੇ ਨਾਲ ਆਪਣੇ ਅੰਦਰ ਵੇਖਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸਭ ਤੋਂ ਖੂਬਸੂਰਤ ਜਗ੍ਹਾ ਕਿਹੜੀ? ਆਪਣੀਆਂ ਅੱਖਾਂ ਬੰਦ ਕਰਕੇ, ਬੰਦ ਅੱਖਾਂ ਦੇ ਨਾਲ ਆਪਣੇ ਅੰਦਰ ਦੇਖਣਾ, ਸਭ ਤੋਂ ਖੂਬਸੂਰਤ ਜਗ੍ਹਾ ਹੈ। ਔਰ ਜਦੋਂ ਅੱਖਾਂ ਬੰਦ ਕਰਕੇ ਆਪਣੇ ਅੰਦਰ ਦੇਖਣਾ ਸ਼ੁਰੂ ਕਰੋਗੇ ਨਾ, ਤੁਹਾਨੂੰ ਫਿਰ ਮਹਿਸੂਸ ਹੋਏਗਾ ਕਿ ਜਿਸ ਗੁਰੂ ਰਾਮਦਾਸ ਨੂੰ ਮੈਂ ਰੋਜ਼ ਬਾਹਰ ਲੱਭਦਾ, ਗੁਰਦੁਆਰਿਆਂ 'ਚ ਲੱਭਦਾ, ਜਿੱਥੇ ਉਹ ਗੁਰੂ ਘਰਾਂ ਵਿੱਚ ਬੈਠੇ ਹੋਏ ਨੇ, ਬਾਹਰ ਮੌਜੂਦ ਨੇ, ਉੱਥੇ ਉਹ ਮੇਰੇ ਅੰਦਰ ਵੀ ਬੈਠੇ ਹੋਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਅੱਖਾਂ ਬੰਦ ਕਰਕੇ ਆਪਣੇ ਅੰਦਰ ਵੇਖਣਾ, ਅੰਦਰ। ਇਸ ਤੋਂ ਕੋਈ ਹੋਰ ਖੂਬਸੂਰਤ ਜਗ੍ਹਾ ਹੈ ਹੀ ਨਹੀਂ। ਮਨ ਮੰਦਰ, ਇਹ ਮੰਦਰ ਏ। ਤਨ ਵੇਸ ਕਲੰਦਰ, ਤਨ ਯਾਤਰਾ ਕਰਨ ਵਾਲਾ ਯਾਤਰੀ ਏ। ਘੱਟ ਹੀ ਤੀਰਥ ਨਾਵਾਂ ਤੇ ਅੰਦਰ ਵੜਦਾ ਹੈ ਨਾ ਜਦੋਂ ਬੰਦਾ, ਤੇ ਫਿਰ ਅੰਦਰਲੇ ਤੀਰਥ ਦੇ ਉੱਤੇ ਰੋਜ਼ ਹੀ ਇਸ਼ਨਾਨ ਕਰਨ ਲੱਗ ਪੈਂਦਾ। ਮਨ ਮੰਦਰ ਦੇ ਤੀਰਥ ਦੇ ਉੱਤੇ ਰੋਜ਼ ਇਸ਼ਨਾਨ ਕਰਦਾ, ਰੋਜ਼ ਰੋਜ਼। ਆਓ ਬਚਨ ਮੰਨਿਓ, ਜਿਨ੍ਹਾਂ ਦੀ ਸਿਹਤ ਰਾਜੀ ਹੈ ਕਿਰਪਾ ਕਰਕੇ ਚੌਂਕੜੇ ਮਾਰ ਲਓ। ਹਾਂ, ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ ਉਹ ਕੋਈ ਗੱਲ ਨਹੀਂ, ਉਹ ਅਰਦਾਸ ਕਰੋ ਕਿ ਗਰੀਬ ਨਿਵਾਜ ਸਾਨੂੰ ਚੌਂਕੜੇ ਮਾਰਨ ਜੋਗਾ ਬਣਾ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਬਹੁਤ ਜ਼ਿਆਦਾ ਕੋਈ ਮਜਬੂਰੀ, ਕੋਈ ਗੱਲ ਨਹੀਂ, ਤੇ ਜਿਨ੍ਹਾਂ ਦੀ ਸਿਹਤ ਰਾਜੀ ਚੌਂਕੜੇ ਮਾਰੋ। ਆਓ 2-3 ਮਿੰਟ ਲਈ ਆਪਣੇ ਅੰਦਰ ਵੜਨ ਦਾ ਯਤਨ ਕਰੀਏ। ਅੱਖਾਂ ਕਰ ਲਓ ਬੰਦ, ਧਿਆਨ ਧਰੋ ਗੁਰੂ ਰਾਮਦਾਸ ਦੇ ਚਰਨਾਂ ਦਾ। ਤੇ ਜਿਹੜੀ ਸਾਹਾਂ ਦੀ ਪ੍ਰਕਿਰਿਆ ਨਾ, ਸਵਾਸਾਂ ਦੀ ਪ੍ਰਕਿਰਿਆ, ਇਹਨੂੰ ਮਹਿਸੂਸ ਕਰੋ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ, ਅਸੀਂ ਇਹ ਮਹਿਸੂਸ ਨਹੀਂ ਕਰਦੇ, ਇਹਨਾਂ ਨੂੰ ਮਹਿਸੂਸ ਕਰੋਗੇ ਜਲਦੀ ਮਨ ਲੱਗੇਗਾ। ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਕੇ, ਅੱਖਾਂ ਬੰਦ ਕਰਕੇ, ਬੰਦ ਅੱਖਾਂ ਦੇ ਨਾਲ ਆਓ ਆਪਣੇ ਅੰਦਰ ਵੜਨ ਦਾ ਯਤਨ ਕਰੀਏ। ਆਪਣੇ ਅੰਦਰ ਸਭ ਤੋਂ ਖੂਬਸੂਰਤ ਜਗ੍ਹਾ ਨੂੰ ਦੇਖਣ ਦਾ ਯਤਨ ਕਰੀਏ। ਆਪਣੇ ਅੰਦਰ ਜਿਹੜਾ ਮਨ ਮੰਦਰ ਹੈ ਉਹਦੇ ਉੱਤੇ ਨਮਸਕਾਰ ਕਰਨ ਦਾ ਯਤਨ ਕਰੀਏ। ਸਾਰੀ ਸੰਗਤ ਹਾਜ਼ਰੀ ਲਾਓ। ਵਾਹਿਗੁਰੂ 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 ਵਾਹਿ। ਸਾਰੇ ਬੋਲੋ, ਸਾਰੇ। ਗੁਰੂ ਵਾਹਿਗੁਰੂ 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 ਵਾਹਿਗੁਰੂ। ਹੋਰ ਉੱਚੀ। ਵਾਹਿਗੁਰੂ ਵਾਹਿਗੁਰੂ। ਅੰਦਰ ਦੀ ਯਾਤਰਾ। ਵਾਹਿਗੁਰੂ 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 ਵਾਹਿ। ਅੰਦਰਲੀ ਯਾਤਰਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਰੋਜ਼ ਅੱਖਾਂ ਬੰਦ ਕਰਕੇ 10 ਮਿੰਟ 15 ਮਿੰਟ ਜ਼ਰੂਰ ਅੰਦਰਲੀ ਯਾਤਰਾ ਕਰਿਆ ਕਰੋ। ਮੇਰੀ ਬੇਨਤੀ ਹੈ, ਇਹਦੇ ਨਾਲ ਬੜੀਆਂ ਉਪਲਬਧੀਆਂ ਹੁੰਦੀਆਂ ਨੇ, ਇਹਦੇ ਨਾਲ ਬੜੀਆਂ ਬਖਸ਼ਿਸ਼ਾਂ ਮਿਲਦੀਆਂ ਨੇ। ਤੂੰ 10 ਮਿੰਟ ਹੀ ਬਹਿ ਗਿਆ ਨਾ, 10 ਮਿੰਟ ਹੀ ਕਮਾਈ ਕਰਨ ਦਾ ਸਦਕਾ, 10 ਮਿੰਟ ਅੰਦਰ ਵੜਨ ਦਾ ਸਦਕਾ ਹੋਏਗਾ ਕਿ ਇਸ ਕਮਾਈ ਦੇ ਵਿੱਚੋਂ ਚੰਗੇ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰ ਕੋ ਨਾਮ ਜਪ ਨਿਰਮਲ ਕਰਮ। ਜਦੋਂ ਇਹ ਜਪੋਗੇ ਫਿਰ ਨਿਰਮਲ ਕਰਮ ਪ੍ਰਗਟ ਹੋਣਗੇ। ਇਹ ਜਪਣ ਦੇ ਨਾਲ ਨਵੀਆਂ ਸੇਵਾਵਾਂ ਦੀਆਂ ਸਕੀਮਾਂ ਬਣਨਗੀਆਂ। ਇਹ ਜਪਣ ਦੇ ਨਾਲ ਨਵੇਂ ਤੁਹਾਨੂੰ ਗੁਰੂ ਪਿਤਾ ਜੀ ਗੁਰਮਤ ਆਸ਼ੀ ਅਨੁਸਾਰ ਇਹੋ ਜਿਹੇ ਖਿਆਲ ਬਖਸ਼ਣਗੇ ਜਿਨ੍ਹਾਂ ਦੇ ਨਾਲ ਤੁਹਾਡਾ ਤੇ ਭਲਾ ਹੋਏਗਾ ਹੀ, ਲੋਕਾਈ ਦਾ ਵੀ ਭਲਾ ਹੋਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਕੰਮ ਆਏਗੀ ਜੀਵਨ ਦੇ ਵਿੱਚ। ਵਿਸ਼ਵਾਸ ਉਹ ਸ਼ਕਤੀ ਹੈ ਜਿਹਦੇ ਨਾਲ ਉਜੜੀ ਹੋਈ ਦੁਨੀਆ ਦੇ ਵਿੱਚ ਵੀ ਪ੍ਰਕਾਸ਼ ਲਿਆਇਆ ਜਾ ਸਕਦਾ ਹੈ। ਵਿਸ਼ਵਾਸ, ਭਰੋਸਾ। ਵਿਸ਼ਵਾਸ ਉਹ ਸ਼ਕਤੀ ਹੈ ਜਿਹਦੇ ਨਾਲ ਉਜੜੀ ਹੋਈ ਦੁਨੀਆ ਦੇ ਵਿੱਚ ਵੀ ਪ੍ਰਕਾਸ਼ ਲਿਆਇਆ ਜਾ ਸਕਦਾ ਹੈ। ਇੱਕ ਵਾਰ ਆਪਣੇ ਉੱਪਰ ਪੂਰੇ ਦਿਲ ਨਾਲ ਵਿਸ਼ਵਾਸ ਕਰਕੇ ਦੇਖੋ, ਆਪਣੇ ਉੱਪਰ, ਕਿਉਂਕਿ ਬੰਦਾ ਪਹਿਲੇ ਆਪਣੇ ਉੱਪਰ ਵਿਸ਼ਵਾਸ ਕਰਦਾ ਫਿਰ ਮਾਲਕ ਦੇ ਉੱਤੇ ਬਣਦਾ ਹੈ। ਇੱਕ ਵਾਰੀ ਪੂਰੇ ਦਿਲ ਦੇ ਨਾਲ ਆਪਣੇ ਉੱਪਰ ਵਿਸ਼ਵਾਸ ਕਰਕੇ ਵੇਖੋ, ਯਕੀਨ ਜਾਣਿਓ ਪਿਆਰਿਓ, ਜੀਵਨ ਦੇ ਵਿੱਚ ਉਹ ਚੀਜ਼ਾਂ ਵੀ ਹਾਸਲ ਕਰ ਲਓਗੇ ਜਿਹੜੀਆਂ ਚੀਜ਼ਾਂ ਦੇ ਬਾਰੇ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਏਗਾ। ਜਿਹੜੀਆਂ ਇੰਪੋਸੀਬਲ ਲੱਗਦੀਆਂ ਨੇ ਨਾ, ਇੰਪੋਸੀਬਲ, ਇਹ ਨਹੀਂ ਹੋ ਸਕਦਾ, ਇਹ ਮੇਰੀ ਲਾਈਫ 'ਚ ਨਹੀਂ ਹੋ ਸਕਦਾ। ਤੇ ਜਾਂ ਇਉਂ ਕਹਿ ਲਓ, ਜਦੋਂ ਤੁਸੀਂ ਪੂਰੇ ਦਿਲ ਨਾਲ ਆਪਣੇ ਉੱਪਰ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓਗੇ ਨਾ, ਤੇ ਪਿਆਰਿਓ, ਜੋ ਤੁਸੀਂ ਚੰਗੀਆਂ ਚੀਜ਼ਾਂ ਚਾਹੁੰਦੇ ਹੋ ਨਾ, ਉਹਨਾਂ ਨੂੰ ਜ਼ਰੂਰ ਹਾਸਲ ਕਰ ਲਵੋਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਏਦਾਂ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੋਰ ਉੱਚੀ ਆਵਾਜ਼ 'ਚ ਬੋਲੋ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਜਾਣ ਕੇ ਆਪ ਵੀ ਤੁਹਾਡੇ ਕੋਲੋਂ ਵੀ ਇਹ ਸਤ ਸੰਗਤ ਦੇ ਵਿੱਚ ਜਦੋਂ ਬਹਿਨੇ ਆ, ਗੁਰੂ ਰਾਮਦਾਸ ਦਾ, ਬਾਬਾ ਦੀਪ ਸਿੰਘ ਜੀ ਦਾ ਨਾਮ ਬੁਲਵਾਉਣਾ। ਇਹਦਾ ਕਾਰਨ ਪਤਾ ਕੀ ਹੈ? ਤੁਸੀਂ ਸਿਆਣੇ ਹੋ, ਜਿਹਦਾ ਬੰਦਾ ਜ਼ਿਆਦਾ ਧਿਆਨ ਧਰਦਾ ਨਾ, ਜ਼ਿਆਦਾ ਸੱਚਾਈ ਹੈ, ਉਹਦੇ ਵਰਗੇ ਗੁਣ ਬੰਦੇ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ। ਜਿਹਦਾ ਜ਼ਿਆਦਾ ਧਿਆਨ ਧਰੇਗਾ, ਜਿਹਦਾ ਨਾਮ ਜ਼ਿਆਦਾ ਲਏਗਾ ਨਾ, ਉਹਦੇ ਵਰਗੇ ਗੁਣ ਆਟੋਮੈਟਿਕ ਉਹਦੇ ਅੰਦਰ ਆਉਣ ਲੱਗ ਪੈਣਗੇ। ਜੋ ਵੀ ਉਹਦੇ ਅੰਦਰ ਚੀਜ਼ਾਂ ਨੇ ਨਾ, ਉਹ ਤੁਹਾਡੇ ਅੰਦਰ ਵੀ ਪ੍ਰਵੇਸ਼ ਕਰਨ ਲੱਗ ਪੈਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸੇ ਲਈ ਕਈ ਵਾਰੀ ਕਹਿੰਦੇ ਆ ਨਾ, ਇਹ ਵਹਿਮ ਕਰਨਾ ਨਹੀਂ, ਆਪਾਂ ਵੈਸੇ ਸਹਿਜ ਸੁਭਾਅ ਅਸੀਂ ਕਹਿ ਦਿੰਦੇ ਆ। ਸਾਡੇ ਘਰਾਂ 'ਚ ਕਿਸੇ ਦਾ ਕੋਈ ਸਵੇਰੇ ਨਾਂ ਲੈ, ਕਹਿੰਦੇ ਛੱਡ ਯਾਰ, ਉਹਦਾ ਕਿਉਂ ਨਾਂ ਲੈ ਲਿਆ ਸਵੇਰੇ, ਮੂਡ ਜਿਹਾ ਖਰਾਬ ਕਰਤਾ ਹੀ। ਹੁਣ ਉਹ ਬੰਦਾ ਥੋੜੀ ਤੁਹਾਡੇ ਕੋਲ ਸੀ, ਉਹ ਬੰਦਾ ਥੋੜੀ ਤੁਹਾਡੇ ਕੋਲ ਹੈ। ਕਿਸੇ ਨੇ ਉਹਦਾ ਨਾਮ ਲਿਆ, ਤੁਸੀਂ ਕਹਿ ਦਿੱਤਾ ਕਿ ਯਾਰ ਉਹਦਾ ਨਾਮ ਲੈ ਕੇ ਤੂੰ ਮੇਰਾ ਮੂਡ ਜਿਹਾ ਖਰਾਬ ਕਰਤਾ ਹੈ। ਕੀ ਹੋਇਆ? ਜਦੋਂ ਉਹਦਾ ਨਾਮ ਲਿਆ, ਉਹਦੇ ਗੁਣ ਤੁਹਾਨੂੰ ਯਾਦ ਆਉਣੇ ਸ਼ੁਰੂ ਹੋ ਗਏ। ਉਹ ਜਿਹੋ ਜਿਹਾ ਕਰੈਕਟਰ ਦਾ ਬੰਦਾ ਮਾਲਕ ਹੈ, ਭਾਵੇਂ ਉਹ ਚੰਗੇ ਗੁਣ ਨੇ ਭਾਵੇਂ ਔਗਣ ਨੇ, ਉਹ ਚੀਜ਼ਾਂ ਤੁਹਾਡੇ ਇੱਕਦਮ ਅੰਦਰ ਆਉਣੀਆਂ ਸ਼ੁਰੂ ਹੋ ਗਈਆਂ। ਤੁਸੀਂ ਕਹਤਾ ਨਾ ਨਾ ਨਾ, ਉਹਦਾ ਨਾਮ ਸਵੇਰੇ ਨਾ ਲੈ। ਹਾਂਜੀ, ਬਸ ਆਹ ਚੀਜ਼ ਹੈ। ਜਦੋਂ ਤੁਸੀਂ ਕਿੰਨੀ ਵਾਰੀ ਕਹਿੰਦੇ ਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਤੇ ਗੁਰੂ ਰਾਮਦਾਸ ਜੀ ਦੇ ਥੋੜੇ ਗੁਣ ਵੀ ਤੁਹਾਡੇ ਸਾਡੇ ਅੰਦਰ ਪ੍ਰਵੇਸ਼ ਕਰਨ ਲੱਗ ਪੈਂਦੇ ਨੇ। ਜਦੋਂ ਤੁਸੀਂ ਕਹਿੰਦੇ ਹੋ ਧੰਨ ਬਾਬਾ ਦੀਪ ਸਿੰਘ ਜੀ, ਉਹ ਬਾਬਾ ਦੀਪ ਸਿੰਘ ਜੀ ਦੇ ਵੀ ਥੋੜੇ ਗੁਣ ਸਾਡੇ ਅੰਦਰ ਪ੍ਰਵੇਸ਼ ਕਰਨੇ ਸ਼ੁਰੂ ਹੋ ਜਾਂਦੇ ਨੇ। ਇਸ ਕਰਕੇ ਮੈਂ ਵਾਰ-ਵਾਰ ਨਾਮ ਤੁਹਾਡੀ ਰਸਨਾ ਤੋਂ ਘੁੰਮਣਾ, ਆਪ ਵੀ ਕਹਿਣਾ ਕਿ ਕਿਸੇ ਨਾ ਕਿਸੇ ਬਹਾਨੇ ਆ ਜਿਹੜਾ ਅਸੀਂ ਘੰਟਾ ਡੇਢ ਘੰਟਾ ਬਹਿਨੇ ਆ, ਇਸ ਸਮੇਂ ਦੇ ਦੌਰਾਨ ਤੇ ਗੁਰੂ ਰਾਮਦਾਸ ਜੀ ਦੀ ਉਹ ਬਖਸ਼ਿਸ਼ ਦਾ ਆਨੰਦ ਮਾਣ ਸਕੀਏ, ਉਹਨਾਂ ਦੇ ਗੁਣਾਂ ਦਾ ਰਸ ਲੈ ਸਕੀਏ। ਕਿਹੋ ਜਿਹੇ ਨੇ ਗੁਰੂ ਰਾਮਦਾਸ? ਅਤ ਦੇ ਨਿਮਰਤਾਵਾਨ, ਮਿੱਠ ਬੋਲੜੇ, ਔਗਣਾਂ ਨੂੰ ਦੇਖ ਕੇ ਅਣਡਿੱਠ ਕਰਨ ਵਾਲੇ, ਹੈ ਜੀ,
ਅਕਿਰਤ ਘਣਾ ਦੀਆਂ ਝੋਲੀਆਂ ਭਰਨ ਵਾਲੇ, ਦਇਆ ਦੇ ਸਾਗਰ ਗੁਰੂ ਰਾਮਦਾਸ। ਤੇ ਉਹੋ ਜਿਹੇ ਗੁਣ ਸਾਡੇ ਅੰਦਰ ਵੀ ਆ ਜਾਣ। ਤਾਂ ਕਰਕੇ ਮੈਂ ਕਹਿੰਦਾ, ਇੱਕ ਵਾਰੀ ਕਹੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉੱਚੀ ਆਵਾਜ਼ 'ਚ ਜਿੰਨਾ ਜ਼ੋਰ ਲਾ ਸਕਦੇ ਹੋ ਨਾ ਲਾਓ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਇੱਕ ਮਿੰਟ ਨਾ ਸੰਗਤ ਦੀ ਆਵਾਜ਼ ਸੁਣਨੀ ਚਾਹੁੰਦਾ। ਸਟੇਜ ਤੋਂ ਮੇਰੇ ਬਾਅਦ ਆਵਾਜ਼ ਨਾ ਆਵੇ, ਸੰਗਤ ਦੀ ਆਵਾਜ਼ ਆਵੇ ਮੇਰੇ ਤੋਂ ਬਾਅਦ। ਧੰਨ ਗੁਰੂ ਰਾਮਦਾਸ ਜੀ, ਵਾਹ ਵਾਹ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪਣੇ ਉੱਤੇ ਜਦੋਂ ਵਿਸ਼ਵਾਸ ਕਰੋਗੇ ਨਾ, ਦਿਲ ਦੇ ਨਾਲ ਪੂਰਾ ਵਿਸ਼ਵਾਸ ਕਰਕੇ ਜਦੋਂ ਤੁਸੀਂ ਅੱਗੇ ਵਧੋਗੇ, ਆਪਣੇ ਉੱਪਰ ਪੂਰਾ ਵਿਸ਼ਵਾਸ ਕਰ ਲੋਗੇ, ਤੇ ਯਕੀਨ ਰੱਖਿਓ ਤੁਸੀਂ ਉਹ ਚੀਜ਼ਾਂ ਹਾਸਲ ਕਰ ਲੋਗੇ ਜਿਹੜੀਆਂ ਤੁਸੀਂ ਚਾਹੁੰਦੇ ਹੋ। ਹੁਣ ਅਗਲੀ ਗੱਲ ਸੁਣੋ, ਇਸ ਤੋਂ ਬਾਅਦ ਸ਼ਬਦ ਪੜ੍ਹਨਾ ਹੈ ਆਪਾਂ। ਇੱਕ ਵਾਰੀ ਪੁੱਛ ਲਾਂ, ਮੇਰਠ ਵਾਲਿਓ ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਅੱਜ ਵੇਖੋ ਮੇਰਠ ਤੋਂ ਹੋਰ ਕਿੱਥੋਂ ਕਿੱਥੋਂ ਸੰਗਤਾਂ ਆਈਆਂ। ਸਾਡੇ ਦਿੱਲੀ ਤੋਂ ਬੜੇ ਪਿਆਰ ਵਾਲੇ ਅਨਿਲ ਗੁਲਾਟੀ ਜੀ, ਨਾਲ ਦਮਨ ਜੀ, ਗੁਰਮੁਖ ਪਿਆਰੇ ਸੰਨੀ ਭਾਜੀ, ਸਾਡੇ ਵਲੌਗ ਜਿਹੜੇ ਬਣਾਉਂਦੇ ਨੇ ਉਹ ਵੀ, ਹੋਰ ਪਿਆਰੀਆਂ ਪਿਆਰੀਆਂ ਰੂਹਾਂ ਹੋਰ ਵੀ। ਤੁਸੀਂ ਕਿੱਥੋਂ ਕਿੱਥੋਂ ਗੁਰੂ ਜੀ ਦੀ ਮਿਹਰ ਦੇ ਨਾਲ ਪਹੁੰਚੇ ਹੋ, ਪਹੁੰਚ ਰਹੇ। ਤੁਹਾਡੇ ਇੱਕ ਇੱਕ ਦੇ ਪਿਆਰ ਨੂੰ ਮੈਂ ਨਮਸਕਾਰ ਕਰਦਾ। ਸਾਡੇ ਸੁਰਿੰਦਰ ਸਿੰਘ ਜੀ ਬੈਠੇ ਨੇ, ਇਹ ਸਾਰੀਆਂ ਰੂਹਾਂ ਪਿਆਰ ਵਾਲੀਆਂ ਜਿਹੜੇ ਇੱਥੇ ਉਪਰਾਲਾ ਕਰ ਰਹੇ ਗੁਰਮੁਖ ਜਨ, ਅਮਰਜੀਤ ਸਿੰਘ ਜੀ, ਹੋਰ ਇਹਨਾਂ ਦੇ ਸਾਰੇ ਸਹਿਯੋਗੀ ਵੀਰ ਨੇ ਜਿਹੜੇ ਇੱਥੋਂ ਦੇ ਪ੍ਰਧਾਨ ਜੀ, ਸਕੱਤਰ ਜੀ, ਸਾਰੀ ਕਮੇਟੀ। ਗੁਰੂ ਰਾਮਦਾਸ ਸਭ ਨੂੰ ਭਾਗ ਲਾਉਣ। ਤੁਹਾਡੇ ਸਦਕਾ ਵੇਖੋ ਕਿੰਨਿਆਂ ਦਾ ਭਲਾ ਹੋ ਰਿਹਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜ੍ਹਨਾ ਹੈ। ਵ੍ਰਿਕਸ਼ ਦੇ ਪੱਤੇ ਝੜਦੇ ਨਾ, ਤੇ ਸਾਨੂੰ ਕਦੀ ਵੀ ਬਸੰਤ ਦਾ ਮਹੱਤਵ ਪਤਾ ਨਾ ਲੱਗਦਾ। ਆ ਜਦੋਂ ਪੱਤੇ ਝੜਦੇ ਨੇ ਨਾ, ਪੱਤੇ ਜਦੋਂ ਝੜਦੇ ਨੇ ਤੇ ਦੁਬਾਰਾ ਪੱਤੇ ਆਉਣੇ ਸ਼ੁਰੂ ਹੁੰਦੇ ਨਾ ਬਸੰਤ ਦੀ ਰੁੱਤ ਦੇ ਵਿੱਚ, ਫਿਰ ਵੇਖਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਕਿਵੇਂ ਉਹ ਪੰਗਰ ਰਹੇ ਨੇ, ਕਿਵੇਂ ਦੁਬਾਰਾ ਟਾਣੀ ਦੇ ਨਾਲ ਉਹ ਲੱਗ ਰਹੇ ਨੇ। ਹੁਣ ਜੇ ਝੜਦੇ ਹੀ ਨਾ, ਤੇ ਸਾਨੂੰ ਫਿਰ ਪਿਆਰਿਓ ਬਸੰਤ ਦੇ ਮਹੱਤਵ ਦਾ ਆਭਾਸ ਨਹੀਂ ਸੀ ਹੋ ਸਕਣਾ, ਨਹੀਂ ਸੀ ਪਤਾ ਲੱਗਣਾ। ਇਸੇ ਤਰ੍ਹਾਂ ਜੇ ਜੀਵਨ ਵਿੱਚ ਦੁੱਖ ਨਾ ਹੋਣ ਤੇ ਸੁੱਖਾਂ ਦੇ ਮਹੱਤਵ ਦਾ ਵੀ ਆਭਾਸ ਨਹੀਂ ਜੇ ਹੋ ਸਕਦਾ। ਜੇ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਨਾ ਆਏ, ਫਿਰ ਸੁੱਖਾਂ ਦਾ ਵੀ ਮਹੱਤਵ ਪਤਾ ਨਹੀਂ ਲੱਗੇਗਾ। ਇਹਦਾ ਮਤਲਬ ਇਹ ਨਹੀਂ ਕਿ ਸਾਨੂੰ ਦੁੱਖ ਹੀ ਚਾਹੀਦੇ ਨੇ, ਨਹੀਂ। ਅਸੀਂ ਤੇ ਹਰ ਵੇਲੇ ਅਰਦਾਸਾਂ ਕਰਦੇ ਆਂ, ਦਾਤਿਆ ਪਰਚਾ ਨਾ ਪਾਈ, ਪਰਚਿਆਂ ਚੋਂ ਫੇਲ ਸੀ, ਫੇਲ ਹੀ ਰਹਿਣਾ। ਪਰ ਜੇ ਨਿੱਕਾ ਮੋਟਾ ਕੋਈ ਦੁੱਖ ਆ ਹੀ ਗਿਆ ਨਾ, ਉਹ ਦੁੱਖ ਅਹਿਸਾਸ ਕਰਵਾਉਂਦਾ ਹੈ, ਤੁਹਾਨੂੰ ਆਭਾਸ ਕਰਵਾਉਂਦਾ ਹੈ ਕਿ ਸੁੱਖ ਦਾ ਸਮਾਂ ਕਿਹੋ ਜਿਹਾ ਹੋਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਨਹੀਂ ਤੇ ਸੁੱਖ ਦੇ ਸਮੇਂ ਦੀ ਬੰਦਾ ਕਦਰ ਹੀ ਨਹੀਂ ਕਰੇਗਾ। ਜੇ ਸਾਰੇ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਹੋਣਗੇ ਨਾ, ਸੁੱਖ ਦੀ ਕਦਰ ਨਹੀਂ ਕਰੇਗਾ। ਸੁੱਖ ਦੀ ਕਦਰ ਵੱਧਦੀ ਉਦੋਂ ਜਦੋਂ ਲਾਈਫ ਦੇ ਵਿੱਚ ਦੁੱਖ ਆਉਂਦੇ ਨੇ। ਮਾਤਾ ਕੁੰਤੀ ਨੇ ਐਵੇਂ ਨਹੀਂ ਸੀ ਕਹਿਤਾ ਕ੍ਰਿਸ਼ਨ ਜੀ ਨੂੰ, ਕਹਿੰਦੇ ਮਾਂ ਤੇਰੇ ਤੇ ਪ੍ਰਸੰਨ ਕੁਝ ਮੰਗੇ। ਤੇ ਮਾਤਾ ਕੁੰਤੀ ਜੀ ਕੀ ਕਹਿੰਦੇ, ਕਹਿੰਦੇ ਭਗਵਾਨ ਇੱਕ ਮੇਰੀ ਬੇਨਤੀ ਹੈ। ਕਹਿੰਦੇ ਜੀ ਕੀ? ਕਹਿੰਦੇ ਸਾਰੀ ਦੁਨੀਆ ਦੇ ਦੁੱਖ ਮੇਰੀ ਝੋਲੀ 'ਚ ਪਾ ਦਿਓ। ਉਹ ਕਹਿੰਦੇ ਮਾਂ ਕਦੀ ਇਹ ਤੇ ਕੋਈ ਮੰਗਦਾ ਹੀ ਨਹੀਂ, ਸਾਰੀ ਦੁਨੀਆ ਦੇ ਦੁੱਖ। ਕਹਿੰਦੇ ਹਾਂ, ਸਾਰੀ ਦੁਨੀਆ ਦੇ ਦੁੱਖ ਮੇਰੀ ਝੋਲੀ 'ਚ ਪਾ ਦਿਓ, ਕਿਉਂਕਿ ਜਦੋਂ ਦੁੱਖ ਆਉਂਦੇ ਨੇ ਨਾ, ਹੇ ਪਰਮੇਸ਼ਰ ਜੀ, ਹੇ ਗੁਰਦੇਵ ਜੀ, ਭਗਵਾਨ ਜੀ, ਤੁਸੀਂ ਮੈਨੂੰ ਯਾਦ ਰਹਿੰਦੇ ਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ ਏ, ਨਿੱਕਾ ਮੋਟਾ ਜੇ ਕੋਈ ਦੁੱਖ ਆ ਹੀ ਗਿਆ ਨਾ ਲਾਈਫ ਦੇ ਵਿੱਚ, ਟੈਨਸ਼ਨ ਨਾ ਲਿਆ ਕਰੋ, ਦਿਮਾਗ ਦੇ ਉੱਤੇ ਬੋਝ ਨਾ ਪਾਇਆ ਕਰੋ। ਬੋਝ ਨਹੀਂ ਪਾਉਣਾ। ਉਹ ਦੁੱਖ ਕਿਉਂ ਆਇਆ? ਤੈਨੂੰ ਹੋਰ ਸੁੱਖ ਮਿਲਣਾ, ਤੇ ਜਦੋਂ ਸੁੱਖ ਮਿਲਣਾ, ਉਹ ਸੁੱਖ ਦੇ ਵਿੱਚ ਤੂੰ ਹੋਰ ਸੁਖੀ ਹੋ ਸਕੇ, ਉਹਦਾ ਅਹਿਸਾਸ ਕਰਾਉਣ ਲਈ ਤੇਰੀ ਲਾਈਫ 'ਚ ਦੁੱਖ ਆਇਆ। ਵਾਹ ਵਾਹ। ਸਤਿ ਸ੍ਰੀ ਅਕਾਲ। ਭਾਈ ਵੀਰ ਸਿੰਘ ਜੀ ਨੇ ਇਸ ਪੰਕਤੀ ਦੇ ਅਰਥ ਬੜੇ ਸੋਹਣੇ ਕੀਤੇ ਨੇ। ਮਹਾਰਾਜ ਜੀ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਹੋ, ਕੇਤਿਆਂ ਦੁੱਖ ਭੂਖ ਸੱਦ ਮਾਰ। ਕਹਿੰਦੇ ਕਈਆਂ ਨੂੰ ਦੁੱਖ ਔਰ ਭੁੱਖ ਦੇ ਕੇ ਆਪਣੇ ਕੋਲ ਸੱਦ ਮਾਰ ਲੈਂਦਾ, ਆਵਾਜ਼ ਮਾਰ ਲੈਂਦਾ, ਆਪਣੇ ਕੋਲ ਬੁਲਾ ਲੈਂਦਾ, ਦੁੱਖ ਤੇ ਭੁੱਖ ਦੇ ਕੇ।
ਤੇ ਜਿਨ੍ਹਾਂ ਨੂੰ ਦੁੱਖ ਭੁੱਖ ਦੇ ਕੇ ਆਪਣੇ ਕੋਲ ਬੁਲਾਉਂਦਾ ਹੈ ਨਾ, ਉਹ ਫਿਰ ਪੜਦੇ ਨੇ ਇਹ ਭੇ ਦਾਤ ਤੇਰੀ ਦਾਤਾ। ਮਹਾਰਾਜ ਜੇ ਦੁੱਖ ਨਾ ਆਉਂਦਾ ਮੈਂ ਕਿੱਥੋਂ ਸੁਖਮਨੀ ਸਾਹਿਬ ਪੜ੍ਹਨੀ ਸੀ, ਜੇ ਦੁੱਖ ਨਾ ਆਉਂਦਾ ਮੈਂ ਕਿੱਥੋਂ ਚਲੀਏ ਕੱਟਣੇ ਸੀ, ਮੈਂ ਕਿੱਥੇ ਚੁਪਹਿਰੇ ਕੱਟਣੇ ਸੀ, ਜੇ ਦੁੱਖ ਨਾ ਹੁੰਦਾ ਤੇ ਮੈਂ ਕਿੱਥੇ ਰਹਿਣ ਸਬਾਈਆਂ ਅਟੈਂਡ ਕਰਨੀਆਂ ਸੀ। ਹੈ ਜੀ, ਇਹ ਦੁੱਖ ਨੇ ਮੈਨੂੰ ਤੇਰੇ ਨਾਲ ਜੋੜ ਦਿੱਤਾ, ਇਹ ਦੁੱਖ ਵੀ ਭਲਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਇਹ ਵ੍ਰਿਕਸ਼ ਦੇ ਪੱਤੇ ਜਿਹੜੇ ਝੜੇ, ਉਹਨਾਂ ਨੇ ਬਸੰਤ ਦੀ ਰੁੱਤ ਦਾ ਸਾਨੂੰ ਅਹਿਸਾਸ ਦਿਵਾਉਣਾ ਸੀ ਕਿ ਬਸੰਤ ਦੀ ਰੁੱਤ ਵਿੱਚ ਇਦਾਂ ਖਿੜਦੇ ਨੇ। ਜੇ ਕਿਤੇ ਝੜਦੇ ਨਾ ਸਾਨੂੰ ਬਸੰਤ ਦੀ ਰੁੱਤ ਦਾ ਉਹ ਚੀਜ਼ ਪਤਾ ਹੀ ਨਹੀਂ ਸੀ ਲੱਗਣੀ, ਉਹਦਾ ਮਹੱਤਵ ਪਤਾ ਹੀ ਨਹੀਂ ਸੀ ਲੱਗਣਾ। ਇਸੇ ਤਰ੍ਹਾਂ ਦੁੱਖ ਕਿਉਂ ਨੇ, ਸੁੱਖਾਂ ਦਾ ਮਹੱਤਵ ਸਾਨੂੰ ਪਤਾ ਲੱਗੇ ਤਾਂ ਕਰਕੇ। ਆ ਹਰ ਵੇਲੇ ਚੜ੍ਹਦੀ ਕਲਾ 'ਚ ਰਿਹਾ ਕਰੋ, ਦਿਮਾਗ ਨੂੰ ਕਮਾਂਡ ਹਰ ਵੇਲੇ ਹੋਈ ਦਿਆ ਕਰੋ, ਮੈਂ ਠੀਕ, ਮੈਂ ਤੰਦਰੁਸਤ, ਮੈਂ ਚੜ੍ਹਦੀ ਕਲਾ 'ਚ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੇਰੀ ਲਾਈਫ 'ਚ ਸੁੱਖ ਹੀ ਸੁੱਖ ਨੇ। ਆ ਕਿਆ ਕਰੋ। ਮੈਨੂੰ ਕੱਲ ਪ੍ਰੇਮੀ ਮਿਲੇ, ਉਹ ਮੈਨੂੰ ਕਹਿੰਦੇ ਜੀ ਸਾਡੇ ਬੱਚੇ ਜਿਹੜੇ ਨੇ ਨਾ ਬਹੁਤ ਸਾਨੂੰ ਤੰਗ ਕਰਦੇ ਨੇ। ਬੱਚਾ ਮੇਰਾ ਇੱਕ ਤੇ ਲੜਕਾ ਇੰਨਾ ਜ਼ਿਆਦਾ ਪਰੇਸ਼ਾਨ ਕਰਦਾ, ਹੱਦਾਂ ਟਪਾ ਦਿੰਦਾ। ਤੇ ਮੈਂ ਉਹਨੂੰ ਇੱਕ ਬੇਨਤੀ ਕੀਤੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਕਿਹਾ ਕਦੀ ਵੀ ਇਹ ਨਹੀਂ ਕਹਿਣਾ। ਕੱਲ ਚੁਪਹਿਰੇ ਤੇ ਮੈਨੂੰ ਮਿਲੇ ਸੀ ਅੰਮ੍ਰਿਤਸਰ ਸਾਹਿਬ, ਮੈਂ ਕਿਹਾ ਕਦੀ ਪਹਿਲੀ ਗੱਲ ਬੱਚਿਆਂ ਦੇ ਬਾਰੇ ਕਿਸੇ ਨੂੰ ਨਹੀਂ ਕਹਿਣਾ ਤੁਹਾਡੇ ਬੱਚੇ ਤੁਹਾਨੂੰ ਤੰਗ ਕਰਦੇ ਨੇ। ਮੈਂ ਕਿਹਾ ਜਦੋਂ ਹੁਣ ਉਹ ਮਿਲਣਗੇ ਨਾ ਬੱਚੇ, ਵਿਆਹੇ ਨੇ ਉਹਨਾਂ ਦੇ ਬੱਚੇ, ਮੈਂ ਕਿਹਾ ਜਦੋਂ ਮਿਲਣਾ ਹੈ ਨਾ ਉਹਨਾਂ ਨੂੰ ਜੱਫੀ ਪਾ ਲੈਣਾ ਤੇ ਉਹਨਾਂ ਦੇ ਮੱਥੇ ਦੇ ਉੱਤੇ ਹੱਥ ਰੱਖ ਕੇ, ਸਿਰ ਦੇ ਉੱਤੇ ਹੱਥ ਰੱਖ ਕੇ ਕਹਿਣਾ, ਇਹ ਤੇ ਮੇਰੇ ਘਰ ਸੰਤ ਪੁੱਤ ਆਇਆ, ਮੇਰੇ ਘਰ ਤੇ ਇਹ ਮਹਾਂਪੁਰਖ ਆਇਆ, ਇਹਨੇ ਤੇ ਕਦੀ ਮੈਨੂੰ ਦੁਖੀ ਨਹੀਂ ਕੀਤਾ, ਇਹਨੇ ਕਦੀ ਨਹੀਂ ਮੈਨੂੰ ਪਰੇਸ਼ਾਨ ਕੀਤਾ। ਮੈਂ ਕਿਹਾ ਜਦੋਂ ਮਿਲੇ ਉਦੋਂ ਵੀ ਗਲਵੱਕੜੀ 'ਚ ਲੈ ਕੇ ਉਹਨੂੰ ਪਿਆਰ ਦੇਣਾ, ਤੇ ਜਦੋਂ ਚਾਰ ਬੰਦਿਆਂ 'ਚ ਬੈਠੋਗੇ ਨਾ ਉਦੋਂ ਵੀ ਪੋਜ਼ਿਟਿਵਿਟੀ ਉਹਦੇ ਵੱਲ ਭੇਜਣੀ, ਨੈਗੇਟਿਵਿਟੀ ਨਹੀਂ ਭੇਜਣੀ। ਮੈਂ ਕਿਹਾ ਪੋਜ਼ਿਟਿਵ ਵਾਈਬ੍ਰੇਸ਼ਨ ਉਹਦੇ ਵੱਲ ਭੇਜੋ। ਔਰ ਵਾਈਬ੍ਰੇਸ਼ਨ ਦਾ ਇੰਨਾ ਜ਼ਿਆਦਾ ਤਲਕ ਹੈ, ਤੁਸੀਂ ਅੱਜ ਹੀ ਕਿਸੇ ਪ੍ਰਤੀ ਗਲਤ ਖਿਆਲ ਬਣਾਉਣੇ ਸ਼ੁਰੂ ਕਰਦੇ ਹੋ, ਉਹਨੂੰ ਕਵੋ ਨਾ ਕਵੋ ਉਹਦੇ ਅੰਦਰ ਵੀ ਤੁਹਾਡੇ ਪ੍ਰਤੀ ਗਲਤ ਖਿਆਲ ਬਣਨਗੇ, ਆਟੋਮੈਟਿਕ ਬਣਨਗੇ। ਇਹ ਸੁਰਤੀ ਦਾ ਤਲਕ ਹੈ। ਇਸੇ ਲਈ ਤੇ ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਆਪਣੇ ਅੰਦਰ ਵੀ ਕਿਸੇ ਦਾ ਬੁਰਾ ਨਾ ਰੱਖ, ਕਿਉਂਕਿ ਜੇ ਤੂੰ ਅੰਦਰ ਸੋਚੇਗਾ ਨਾ ਉਹਦੇ ਅੰਦਰ ਵੀ ਬੁਰੇ ਖਿਆਲ ਬਣਨ ਲੱਗ ਪੈਣਗੇ। ਇਸੇ ਲਈ ਤੇ ਸਤਿਗੁਰਾਂ ਨੇ ਸਾਨੂੰ ਸਿਖਾਇਆ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਉੱਚੀ ਬੋਲੋ, ਤੇਰੇ ਭਾਣੇ, ਸਰਬੱਤ ਦਾ ਭਲਾ। ਇਹ ਮੇਰੀ ਬੇਨਤੀ ਹੈ, ਬੇਨਤੀ। ਹਰ ਵੇਲੇ ਚੜ੍ਹਦੀ ਕਲਾ 'ਚ ਰਿਹਾ ਕਰੋ, ਹਰ ਵੇਲੇ ਆਪਣੇ ਦਿਮਾਗ ਨੂੰ ਕਮਾਂਡ ਦਿਆ ਕਰੋ। ਜੇ ਮੰਨ ਲਓ ਕਿਤੇ ਚੰਗਾ ਕੰਮ ਕਰਨ ਲੱਗਿਆ ਥਕਾਵਟ ਮਹਿਸੂਸ ਹੋਵੇ, ਨੀਂਦਰ ਜ਼ੋਰ ਪਾਉਣ ਲੱਗੇ, ਜਾਂ ਕਿਤੇ ਸਿਰ ਪੀੜ ਹੋਣ ਲੱਗ ਪਏ, ਲੱਕ ਦੁਖਣ ਲੱਗ ਪਏ, 1.5 ਘੰਟਾ ਮੈਂ ਕੀਰਤਨ ਤੇ ਕਿਵੇਂ ਬਹਿ ਸਕਦਾ, ਬਸ ਉਸੇ ਟਾਈਮ ਕਿਹਾ ਕਰੋ ਧੰਨ ਬਾਬਾ ਦੀਪ ਸਿੰਘ ਜੀ, ਤੇ ਆਪਣੇ ਦਿਮਾਗ ਨੂੰ ਕਮਾਂਡ ਦੇ ਦਿਆ ਕਰੋ, ਬਾਬੇ ਖੰਡੇ ਵਾਲੇ ਦੀ ਕਿਰਪਾ ਨਾਲ ਮੈਂ ਚੜ੍ਹਦੀ ਕਲਾ, ਮੈਂ ਤੇ ਤੰਦਰੁਸਤ ਬੰਦਾ, 1.5 ਘੰਟਾ ਕੀ ਮੈਂ ਤੇ 4 ਘੰਟੇ ਬਹਿ ਸਕਦਾ ਹੈ ਜੀ। ਮੈਂ ਆਪਣੇ ਆਪ ਨੂੰ ਇਦਾਂ ਹੀ ਪੋਜ਼ਿਟਿਵ ਕਰਦਾ, ਜਿੰਨਾ ਮਰਜ਼ੀ ਥੱਕਿਆ ਹੋਵਾਂ, ਜਦੋਂ ਮੈਂ ਤੁਹਾਡੀ ਸੇਵਾ ਲਈ ਬਹਿਣਾ ਹੁੰਦਾ ਆਪਣੇ ਆਪ ਨੂੰ ਇਦਾਂ ਹੀ ਚਾਰਜ ਕਰਕੇ ਪੋਜ਼ਿਟਿਵ ਕਰਕੇ ਬਹਿਣਾ, ਕੋਈ ਨਹੀਂ ਯਾਰ ਕੀ ਹੋਇਆ, ਚੜ੍ਹਦੀ ਕਲਾ, ਹਰ ਵੇਲੇ ਚੜ੍ਹਦੀ ਕਲਾ। ਬਸ ਆਹੀ ਚੜ੍ਹਦੀ ਕਲਾ ਨਾਲ ਹਰ ਵੇਲੇ ਤੁਸੀਂ ਜੀਵੋ, ਖੁਸ਼ੀ ਤੁਹਾਡੇ ਚਿਹਰਿਆਂ ਦੇ ਉੱਤੇ ਨਜ਼ਰ ਆਵੇ, ਹਰ ਵੇਲੇ ਤੁਹਾਡੇ ਚਿਹਰੇ ਖੁਸ਼ੀ ਦੇ ਨਾਲ ਖਿੜੇ ਰਹਿਣ, ਇਹੋ ਮੇਰੀ ਅਰਦਾਸ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਤੇ ਇੱਕ ਵਾਰੀ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 1142 ਨੰਬਰ ਅੰਗ ਦੇ ਉੱਤੇ ਦਰਜ। ਸਾਰੀ ਸੰਗਤ ਪਿਆਰ ਦੇ ਨਾਲ ਇਹ ਸ਼ਬਦ ਪੜਿਓ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਸਾਰੇ ਕਹੋ ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਿਮਰ ਯਾਦ ਕਰ। ਕਹਿੰਦੇ 9 ਨਿਧੀਆਂ 18 ਸਿੱਧੀਆਂ ਧੱਕੇ ਨਾਲ ਤੇਰੇ ਘਰ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ, ਹੈ ਜੀ, ਧੱਕੇ ਨਾਲ ਹੀ, ਨਾ ਚਾਹੁੰਦਿਆਂ ਹੋਇਆਂ ਵੀ ਕੰਧਾਂ ਟੱਪ ਟੱਪ ਕੇ ਤੇਰੇ ਘਰ ਮਾਇਆ ਆਉਣੀ ਸ਼ੁਰੂ ਹੋ ਜਾਏਗੀ। ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ। ਤੇ ਇਹਦਾ ਦੂਜਾ ਅਰਥ ਵੀ ਮਹਾਂਪੁਰ ਕਰਦੇ ਸੀ, ਕਹਿੰਦੇ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ।
ਕਹਿੰਦੇ ਤੂੰ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕਰ। ਇਹ ਜਿਹੜਾ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਹੈ ਨਾ, ਇਹ ਵੀ ਧੱਕੇ ਨਾਲ ਤੇਰੇ ਅੰਦਰ ਵਸਣਾ ਸ਼ੁਰੂ ਹੋ ਜਾਏਗਾ। ਤੂੰ ਇੱਕ ਵਾਰੀ ਕਹਿ ਤੇ ਸਹੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇਗ ਜੀ। ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਇ। ਸਾਰੇ ਬੋਲੋ ਸਭ ਥਾਈ ਹੋਏ ਸਹਾਇ। ਤੇ ਬਾਪੂ ਜੀ ਦੇ ਜੀਵਨ ਦੇ ਵਿੱਚੋਂ ਇੱਕ ਗੁਣ, ਸਿਰਫ ਇੱਕ ਗੁਣ ਥੋੜੇ ਜਿਹੇ ਮਿੰਟਾਂ ਦੇ ਲਈ ਆਪਾਂ ਸਾਂਝਾ ਕਰਾਂਗੇ। ਉਸ ਤੋਂ ਪਹਿਲੇ ਇਹ ਸ਼ਬਦ ਸਾਰੀ ਸੰਗਤ ਪਿਆਰ ਦੇ ਨਾਲ ਪੜਿਓ, ਕੋਈ ਰਸਨਾ ਮੰਝੀ ਨਾ ਰਹਿ ਜੇ। ਗੁਰ ਜੈਸਾ ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਪਾਗ ਸੋ ਲਾਗਾ ਸੇਵ। ਪੜੋ, ਜਿਸ ਮਸਤਕ ਪਾਗ ਸੋ ਲਾਗਾ ਸੇਵ। ਸਾਰੇ ਨਹੀਂ ਬੋਲੇ, ਬੋਲੋ ਜਿਸ ਮਸਤਕ ਪਾਗ ਸੋ ਲਾਗਾ ਸੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਪਾਗ ਸੋ ਲਾਗਾ ਸੇਵ। ਜਿਸ ਮਸਤਕ ਪਾਗ ਸੋ ਲਾਗਾ ਸੇਵ। ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਿਗੁਰ ਮੇਰਾ ਬੇਮੋਹਤਾਜ, ਪੜੋ, ਸਤਿਗੁਰ ਮੇਰਾ ਬੇਮੋਹਤਾਜ, ਸਤਿਗੁਰ ਮੇਰੇ ਸੱਚਾ ਸਾਜ। ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਪੁਰਖ ਵਿਧਾਤਾ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ
नाही को देव जिस मस्तक पाग सो लागा सेव जिस मस्तक पाग सो लागा सेव। खंडे वालिया सब दी बां फड़ लेदा पिया धन बाबा दीप सिंह जी। सतगुर मेरा सरब प्रतपाले सतगुर मेरा सरब प्रतपाले सतगुर मेरा मार जीवाले। सतगुर मेरे की बड़ाई प्रगट पई है सबनी थाई सबनी थाई। गुर जैसा पढ़ो गुर जैसा नाही को देव गुर जैसा नाही को देव जिस मस्तक पाग सोना का सेव जिस मस्तक पाग सोना का सेव। गुरु रामदास दीप सिंह जी। सतगुर मेरा ताण निताण पढ़ो सतगुर मेरा ताण निताण सतगुर मेरा कर दीवान। सतगुर के सद बल जाया प्रगट मार्ग
कर दिखलाया, कर दिखलाया। जी गुर जैसा नाही को देव, गुर जैसा नाही को देव, जिस मस्तक पाग सो लागा सेव। पढ़ो, जिस मस्तक भाग सो लागा सेव। धन गुरु रामदास जी, धन गुरु रामदास जी। प्यार न लखो न जी, धन बाबा दीप सिंह जी। जिन गुर सेवया तिस पौना प्यापे। जिन गुर सेवया तिस पौना प्यापे। जिन गुर सेवया तिस दुख न संतापे। नानक सो दे सिमरत वेद, पार ब्रह्म गुर नाही पेद, गुर नाही पेद। गुर जैसा, पढ़ो, गुर जैसा नाही को देव, जिस मस्तक पाग सो लागा सेव। जिस मस्तक पाग सो लागा सेव। जी गुर जैसा नाही को देव, जिस मस्तक पाग सो लागा सेव। जिस मस्तक पाग सो लागा सेव। गुर जैसा नाही को देव, गुर जैसा नाही को देव, नाही को देव। पार ब्रह्म अपरंपर देवा, अगम अगोचर अलख अपेवा। दीन दयाल गोपाल गोविंदा, हर ध्यावो गुरमुख गाती जियो। गुर जैसा
ਨਾਹੀ ਕੋ ਦੇਵ। ਕਰੋਗੇ ਕਿਰਪਾ ਮੇਰੇ ਤੋਂ ਬਾਅਦ ਵੀਰ ਤੀਜੇ ਹਿੱਸੇ 'ਚ ਭੈਣਾ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ, ਗੱਜ ਕੇ ਬੋਲਿਓ, ਗੱਜ ਕੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਗੱਜ ਸਾਹਿਬ, ਕੇ। ਧੰਨ ਗੁਰੂ ਤੇਗ ਭੈਣਾਂ ਮੇਰੀਆਂ, ਬਹਾਦਰ ਸਾਹਿਬ, ਧੰਨ ਗੁਰੂ। ਉੱਚੀ। ਮੈਨੂੰ ਪਤਾ ਹੈ ਕਈਆਂ ਨੇ ਪ੍ਰਸ਼ਾਦਾ ਨਹੀਂ ਛਕਿਆ ਹੋਇਆ ਹੈ ਨੀ, ਕਿਉਂਕਿ ਸਮਾਪਤੀ ਤੇ ਛਕਣਾ ਹੈ ਨਾ, ਤੇ ਅੱਧਾ ਅੱਧਾ ਭਾਵੇਂ ਵੱਧ ਛਕ ਲਿਓ, ਕੋਈ ਨਹੀਂ, ਪਰ ਹੁਣ ਜ਼ੋਰ ਲਾਓ ਪੂਰਾ ਵੀਰੋ, ਤੁਸੀਂ ਵੀ ਤੇ ਭੈਣੋ ਤੁਸੀਂ ਵੀ। ਪੰਜਾਂ ਪੰਜਾਂ ਦੀ ਆਵਾਜ਼ ਆਵੇ ਇੱਕ ਇੱਕ ਚੋਂ, ਗੱਜ ਕੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬੋਲੋ ਵੀਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਭੈਣਾਂ ਮੇਰੀਆਂ, ਸਾਹਿਬ, ਧੰਨ ਗੁਰੂ। ਸ਼ਾਬਾਸ਼। गुरु जी के दर्शन को बन जाओ, जप जप जीवा सतगुर नाओ। पार ब्रह्म पूरन गुरदेव, कर कृपा लागो तेरी सेव। गुर जैसा नाही को देव। धन गुरु तेग बहादुर साहिब, धन गुरु तेग बहादुर साहिब, धन गुरु तेग बहादुर साहिब, धन गुरु तेग बोलो भैणा, साहिब, धन गुरु। धन गुरु तेग बहादुर साहिब, धन गुरु तेग बहादुर साहिब, धन गुरु तेग बहादुर गज के, साहिब, गज के। धन गुरु तेग बहादुर बोलो साहिब, धन गुरु। गुरुदेव माता, गुरुदेव पिता, गुरुदेव स्वामी परमेश्वरा, गुरुदेव सखा अज्ञान भंजन, गुरुदेव बंदप सहोदरा, गुरुदेव दाता हर नाम उपदेसै, गुरुदेव मंत निरोधरा, गुरुदेव शांत सत बुद्ध मूरत, गुरुदेव पारस परस्परा, गुरुदेव तीर्थ अमृत सरोवर, गुर ज्ञान मज्जन अपरंपरा। गुर जैसा नाही को देव, बोलो गुर जैसा नाही को देव जी। धन गुरु तेग बहादुर साहिब, धन गुरु तेग बहादुर साहिब, धन गुरु तेग बहादुर गज के, गज के। धन गुरु तेग बोलो बहादुर साहिब, धन गुरु। वाह वाह। धन गुरु तेग बहादुर साहिब, धन गुरु तेग बहादुर साहिब, धन गुरु तेग बहादुर वीरो गजो, धन गुरु तेग बहादुर गज के भैणा। धन गुरु तेग बहादुर सिमरे, कर नाम नित आवे ताए। तेग बहादुर सिमरिया, कर नाम नित आवे ताए। सब थाई होए सहाय, सब थाई होए सहाय। एक ते नवीं चिप आ गई ਜਿਹੜੇ ਲਾਈਵ ਤੁਸੀਂ ਵੇਖ ਰਹੇ ਹੋ। ਜਪਜੀ ਸਾਹਿਬ ਤੇ ਚੌਪਈ ਸਾਹਿਬ ਜੀ ਦਾ ਇਹਦੇ ਵਿੱਚ ਪਾਠ ਹੈ। ਨੰਬਰ ਹੈ 9875909004 9875909004। ਇਹ ਨੰਬਰ ਦੇ ਉੱਤੇ ਸੰਪਰਕ ਕਰਕੇ ਤੁਸੀਂ ਆਪੋ ਆਪਣੇ ਘਰਾਂ 'ਚ ਕੋਰੀਅਰ ਦੇ ਰਾਹੀਂ ਇਹ ਚਿਪ ਮੰਗਵਾ ਸਕਦੇ ਹੋ। ਪਹਿਲੀਆਂ ਵੀ ਚਿੱਪਾਂ ਨੇ ਸੁਖਮਨੀ ਸਾਹਿਬ ਜੀ ਦਾ ਪਾਠ, ਹੋਰ ਅੰਮ੍ਰਿਤ ਵੇਲੇ ਦੀਆਂ ਨਾਲ ਧੰਨ ਗੁਰੂ ਰਾਮਦਾਸ ਮੈਂ ਤੇਰਾ, ਬਾਬਾ ਦੀਪ ਸਿੰਘ ਮੈਂ ਤੇਰਾ। ਸੰਗਤਾਂ ਆਪ ਜੀ ਆਪੋ ਆਪਣੇ ਘਰਾਂ ਵਿੱਚ ਲਾਓ ਤੇ ਹਰ ਵੇਲੇ ਇਹ ਵਾਈਬ੍ਰੇਸ਼ਨ ਬਣੀ ਰਹਿੰਦੀ ਸਿਮਰਨ ਦੀ, ਬੰਦਗੀ ਦੀ। ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਇਹ ਪੈਨ ਡਰਾਈਵ ਨਵੀਂ ਆਈ ਹੈ ਜਿਹਦੇ ਵਿੱਚ ਅੰਮ੍ਰਿਤ ਵੇਲੇ ਦੇ ਕੀਰਤਨ ਨੇ, ਹੋਰ ਵੀ 4-5 ਪਹਿਲੀਆਂ ਪੈਨ ਡਰਾਈਵਾਂ ਨੇ।
ਜਿਹੜਾ ਵੀ ਕੋਈ ਪ੍ਰੇਮੀ ਮੰਗਵਾਉਣਾ ਚਾਹੁੰਦਾ ਹੋਵੇ, ਨੰਬਰ ਉਹੀ ਹੈ ਜੋ ਟੀਵੀ ਸਕਰੀਨ ਤੇ ਵੀ ਚੱਲ ਰਿਹਾ, ਭਾਵੇਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ, ਤੇ ਜਿਹੜਾ ਮੈਂ ਬੋਲਿਆ 9875900004 ਭਾਵੇਂ ਉਹਦੇ ਤੇ ਸੰਪਰਕ ਕਰ ਲਿਓ। ਇਹ ਕਿਤਾਬ ਕੁਦਰਤ ਕੇ ਸਭ ਬੰਦੇ, ਚੌਥੀ ਕਿਤਾਬ ਹੈ ਦਾਸ ਵੱਲੋਂ ਲਿਖੀ ਹੋਈ, ਇਹ ਵੀ ਆਪ ਜੀ ਕੋਰੀਅਰ ਦੇ ਰਾਹੀਂ ਆਪੋ ਆਪਣੇ ਘਰਾਂ 'ਚ ਮੰਗਵਾ ਸਕਦੇ ਹੋ।